ਹੈਲੋ एवरीवन हैप्पी लर्निंग 'ਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡਾ ਅੱਜ ਦਾ ਵਿਸ਼ਾ ਹੈ ਵਿਸਮਕ। ਵਿਸਮਕ ਕੀ ਹੈ? ਜਦੋਂ ਅਸੀਂ ਕੁਝ ਵੀ ਗੱਲ ਬੋਲਦੇ ਹਾਂ, ਕੁਝ ਗੱਲ ਕਹਿੰਦੇ ਹਾਂ ਤਾਂ ਉਸ ਦੇ ਨਾਲ ਨਾਲ ਸਾਡੇ ਚਿਹਰੇ 'ਤੇ ਉਸ ਨਾਲ ਸੰਬੰਧਿਤ ਐਕਸਪ੍ਰੈਸ਼ਨਸ ਆਉਂਦੇ ਨੇ। ਜਿਵੇਂ ਚਲੋ ਇੱਕ ਅਸੀਂ ਨੋਰਮਲ ਜੀ ਐਗਜ਼ਾਮਪਲ ਲੈਂਦੇ ਹਾਂ ਬੱਚਿਆਂ ਨਾਲ ਹੀ ਰਿਲੇਟਡ ਕਿ ਜਦੋਂ ਬੱਚਿਆਂ ਨੇ ਪੇਰੈਂਟਸ ਤੋਂ ਕੋਈ ਗੱਲ ਮਨਵਾਉਣੀ ਹੋਏ ਜਾਂ ਪਰਮਿਸ਼ਨ ਲੈਣੀ ਹੋਏ ਤਾਂ ਉਹ ਪਹਿਲਾਂ ਉਹਨਾਂ ਦੇ ਫੇਸ ਰੀਡ ਕਰਦੇ ਨੇ, ਦੇਖਣਗੇ ਕਿ ਪੇਰੈਂਟਸ ਕਿਸ ਮੂਡ 'ਚ ਨੇ, ਉਹਨਾਂ ਨੂੰ ਪਰਮਿਸ਼ਨ ਮਿਲ ਸਕਦੀ ਹੈ ਕਿ ਨਹੀਂ, ਉਹ ਗੁੱਸੇ 'ਚ ਨੇ ਜਾਂ ਖੁਸ਼ ਹੈ। ਉਹਨਾਂ ਨੂੰ ਲੱਗਦਾ ਕਿ ਜੇ ਤਾਂ ਖੁਸ਼ ਨੇ ਤਾਂ ਇਹ ਅੱਛਾ ਮੌਕਾ ਹੈ, ਅਸੀਂ ਆਪਣੀ ਗੱਲ ਜਿਹੜੀ ਆ ਉਹ ਕਹਿ ਸਕਦੇ ਹਾਂ। ਔਰ ਕਈ ਵਾਰ ਜੇ ਦੇਖਦੇ ਨੇ ਕਿ ਨਹੀਂ ਪੇਰੈਂਟਸ ਮਮਾ ਜਾਂ ਪਾਪਾ ਗੁੱਸੇ ਵਿੱਚ ਨੇ ਔਰ ਇਸ ਵੇਲੇ ਅਗਰ ਅਸੀਂ ਇਹ ਗੱਲ ਉਹਨਾਂ ਤੋਂ ਇਸ ਗੱਲ ਵਾਸਤੇ ਪੁੱਛਿਆ ਜਾਂ ਪਰਮਿਸ਼ਨ ਮੰਗੀ ਤਾਂ ਉਹ ਗੱਲ ਜਿਹੜੀ ਸਾਡੀ ਉਹ ਨਹੀਂ ਮੰਨੀ ਜਾਣੀ। ਤਾਂ ਆਈ ਮੀਨ ਸੇ ਕਿ ਉਹ ਉਹਨਾਂ ਦੇ ਫੇਸ ਨੂੰ ਰੀਡ ਕਰਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਸਪੋਜ਼ ਕਿਸੇ ਦੇ ਖੁਸ਼ੀ ਵਿੱਚ ਸ਼ਾਮਿਲ ਹੋਣਾ ਹੈ ਤਾਂ ਖੁਸ਼ੀ 'ਚ ਸ਼ਾਮਿਲ ਹੋਣ ਵੇਲੇ ਸਾਡੇ ਚਿਹਰੇ ਦੇ ਹਾਵ ਭਾਵ ਵੀ ਖੁਸ਼ੀ ਵਾਲੇ ਹੁੰਦੇ ਨੇ। ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿ ਅਸੀਂ ਕਿਸੇ ਦੇ ਖੁਸ਼ੀ ਵਿੱਚ ਸ਼ਾਮਿਲ ਹੋ ਰਹੇ ਹਾਂ, ਮੈਰਿਜ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ ਔਰ ਉੱਥੇ ਅਸੀਂ ਉਹਨਾਂ ਨੂੰ ਜਦੋਂ ਵਧਾਈ ਦੇ ਰਹੇ ਹਾਂ ਤਾਂ ਫੇਸ ਸਾਡਾ ਬੜਾ ਦੁੱਖ ਵਾਲਾ ਹੈ, ਅਸੀਂ ਬੜੇ ਦੁਖੀ ਹੋ ਕੇ ਕਹਿ ਰਹੇ ਹਾਂ ਕਿ ਹਾਂ ਜੀ ਤੁਹਾਨੂੰ ਬਹੁਤ ਵਧਾਈ ਹੋਈ, ਤੁਹਾਡੇ ਬੱਚੇ ਦਾ ਵਿਆਹ। ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਆਪਣੀ ਫੇਸ ਦੇ ਉੱਪਰ ਉਸ ਤਰ੍ਹਾਂ ਦੇ ਖੁਸ਼ੀ ਵਾਲੇ ਜੈਸਚਰਸ ਲੈ ਕੇ ਆਉਂਦੇ ਹਾਂ। ਔਰ ਇਸ ਤਰ੍ਹਾਂ ਵੀ ਨਹੀਂ ਹੁੰਦਾ ਕਿ ਅਸੀਂ ਕਿਸੇ ਦੇ ਦੁੱਖ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ, ਕਿਸੇ ਨਾਲ ਕੁਛ ਅਫਸੋਸ ਕਰ ਰਹੇ ਹਾਂ ਔਰ ਤੁਹਾਡੇ ਫੇਸ ਦੇ ਉੱਪਰ ਬੜੀ ਸਮਾਈਲ ਹੈ। ਇਹ ਵੀ ਨਹੀਂ ਹੁੰਦਾ। ਉਸ ਵੇਲੇ ਸਾਡੇ ਫੇਸ ਦੇ ਉੱਪਰ ਜਿਹੜੇ ਐਕਸਪ੍ਰੈਸ਼ਨਸ ਹੁੰਦੇ ਨੇ, ਹਾਵ ਭਾਵ ਹੁੰਦੇ ਨੇ, ਉਹ ਦੁੱਖ ਵਾਲੇ ਹੁੰਦੇ ਨੇ। ਅਸੀਂ ਇਹ ਜ਼ਾਹਰ ਕਰ ਰਹੇ ਹੁੰਦੇ ਹਾਂ ਆਪਣੇ ਫੇਸ ਐਕਸਪ੍ਰੈਸ਼ਨਸ ਤੋਂ ਕਿ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਦੁਖੀ ਹਾਂ। ਹੁਣ ਇਹ ਤਾਂ ਗੱਲ ਹੋ ਗਈ ਓਰਲ ਦੀ ਕਿ ਜਦੋਂ ਅਸੀਂ ਬੋਲ ਕੇ ਆਪਣੀ ਕੋਈ ਗੱਲ ਕਹਿ ਰਹੇ ਹਾਂ, ਦੱਸ ਰਹੇ ਹਾਂ। ਪਰ ਹੁਣ ਗੱਲ ਜੋ ਹੈ ਕਿ ਅਸੀਂ ਇਹੀ ਚੀਜ਼ਾਂ ਨੂੰ ਜਦੋਂ ਰਿਟਨ ਦੇ ਵਿੱਚ ਕਰਨਾ ਹੋਏ, ਅਸੀਂ ਰਿਟਨ ਦੇ ਵਿੱਚ ਆਪਣੇ ਐਕਸਪ੍ਰੈਸ਼ਨਸ ਦੱਸਣੇ ਹੋਣ ਤਾਂ ਕਿਵੇਂ ਦੱਸੀਏ? ਕੋਈ ਅਸੀਂ ਵਾਕ ਲਿਖਿਆ ਹੈ ਲੇਕਿਨ ਹੁਣ ਉਹ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਇਹ ਜੋ ਵਾਕ ਲਿਖਿਆ ਗਿਆ ਇਹ ਕਿਸ ਸਿਚੁਏਸ਼ਨ 'ਚ ਹੈ? ਇਹ ਖੁਸ਼ ਹੋ ਕੇ ਲਿਖਿਆ ਹੈ ਜਾਂ ਨੋਰਮਲੀ ਲਿਖਿਆ ਹੈ ਜਾਂ ਗੁੱਸੇ ਵਿੱਚ ਲਿਖਿਆ ਹੈ, ਕਿਸ ਤਰ੍ਹਾਂ ਲਿਖਿਆ? ਤਾਂ ਇਸ ਵਾਸਤੇ ਵਿਆਕਰਨ ਦੇ ਵਿੱਚ ਸਾਡੇ ਕੋਲ ਕੁਛ ਇੱਕ ਚਿੰਨ੍ਹ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵਿਸਮਕ ਚਿੰਨ੍ਹ। ਜਦੋਂ ਅਸੀਂ ਉਹ ਚਿੰਨ੍ਹ ਵਾਕ ਦੇ ਨਾਲ ਲਗਾਉਂਦੇ ਹਾਂ ਤਾਂ ਉਹ ਵਾਕ ਜਿਹੜਾ ਉਹ ਸਧਾਰਨ ਵਾਕ ਨਹੀਂ ਰਹਿ ਜਾਂਦਾ, ਉਹ ਵਾਕ ਵਿਸਮਕ ਬਣ ਜਾਂਦਾ ਹੈ। ਉਹ ਉਸ ਸਿਚੁਏਸ਼ਨ ਦੇ ਵਿੱਚ ਸਾਨੂੰ ਲੈ ਜਾਂਦਾ ਹੈ ਜਿਸ ਸਿਚੁਏਸ਼ਨ ਦੇ ਵਿੱਚ, ਜਿਸ ਸਥਿਤੀ ਦੇ ਵਿੱਚ ਉਹ ਗੱਲ ਕਹੀ ਗਈ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਕਿ ਵੀ ਉਹ ਵਾਲੀ ਕਹਾਣੀ ਬਹੁਤ ਵਧੀਆ ਹੈ, ਉਸ ਦੇ ਵਿੱਚ ਕਹਿੰਦੇ ਕਿ ਉਹ ਕਹਾਣੀ ਦੇ ਇਨਸਾਨ ਬਿਲਕੁਲ ਜੀ ਪੜ੍ਹਨ ਵਾਲਾ ਬਿਲਕੁਲ ਉਸ ਕਹਾਣੀ ਦੇ ਅੰਦਰ ਚਲਾ ਜਾਂਦਾ ਹੈ, ਆਪਣੇ ਆਪ ਨੂੰ ਉਸ ਦੇ ਵਿੱਚ ਮਹਿਸੂਸ ਕਰਦਾ ਹੈ, ਇੱਕ ਪਾਤਰ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ। ਉਸ ਦਾ ਰੀਜ਼ਨ ਕਿ ਜੋ ਲਿਖਣ ਵਾਲਾ ਜੋ ਰਾਈਟਰ ਹੈ ਉਹ ਇਸ ਤਰੀਕੇ ਨਾਲ ਉਸ ਕਹਾਣੀ ਨੂੰ ਲਿਖਦਾ ਹੈ, ਇਸ ਤਰ੍ਹਾਂ ਦੇ ਉਸ ਵਿਸਮਕ ਵਿੱਚ ਯੂਜ਼ ਕਰਦਾ ਹੈ ਕਿ ਪੜ੍ਹਨ ਵਾਲੇ ਨੂੰ ਇੰਨੀ ਇਫੈਕਟਿਵ ਲੈਂਗੁਏਜ ਉਹ ਯੂਜ਼ ਕਰਦਾ ਕਿ ਪੜ੍ਹਨ ਵਾਲੇ ਨੂੰ ਲੱਗਦਾ ਕਿ ਜਿਵੇਂ ਉਹ ਆਪ ਹੀ ਉਸ ਕਹਾਣੀ ਦਾ ਜਾਂ ਉਸ ਨਾਵਲ ਦਾ ਪਾਤਰ ਹੈ। ਤੋ ਵਿਸਮਕ ਜੋ ਸ਼ਬਦ ਮਨ ਦੇ ਹਾਵ ਭਾਵ ਦੱਸਣ ਉਹਨਾਂ ਨੂੰ ਵਿਸਮਕ ਕਿਹਾ ਜਾਂਦਾ ਹੈ। ਵਿਸਮਕ ਹੁਣ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਅਸੀਂ ਆਪਣੀ ਗੱਲ ਨੂੰ 10 ਤਰੀਕੇ ਦੇ ਨਾਲ ਐਕਸਪ੍ਰੈਸ ਕਰ ਸਕਦੇ ਹਾਂ। 10 ਤਰੀਕੇ ਦੇ ਨਾਲ ਅਸੀਂ ਆਪਣੇ ਮਨ ਦੇ ਹਾਵ ਭਾਵ ਦੱਸ ਸਕਦੇ ਹਾਂ। ਜਿਵੇਂ ਇੱਥੇ ਸਲਾਈਡ ਦੇ ਉੱਪਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇੱਥੇ ਮੈਂ ਸਭ ਦੀਆਂ ਸਾਰੀਆਂ ਇਹਨਾਂ ਟਾਈਪਸ ਲਿਖੀਆਂ ਨੇ। ਸੰਬੋਧਨੀ, ਸੂਚਨਾ, ਪ੍ਰਸ਼ੰਸਾ, ਸ਼ੋਕ, ਸਤਿਕਾਰ, ਫਿਟਕਾਰ, ਅਸੀਸ, ਇੱਛਾ, ਹੈਰਾਨੀ ਔਰ ਖੁਸ਼ੀ। ਇਸ ਸਾਰੀਆਂ ਹੀ ਇੰਨੀਆਂ ਕਿਸਮਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਗੱਲ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਵੱਖਰੀ ਵੱਖਰੀ ਸਿਚੁਏਸ਼ਨ ਦੇ ਵਿੱਚ ਸਮਝਾ ਸਕਦੇ ਹਾਂ, ਦੱਸ ਸਕਦੇ ਹਾਂ। ਹੁਣ 1 ਅਸੀਂ ਇਹਨਾਂ ਸਾਰੀਆਂ ਟਾਈਪਸ ਨੂੰ ਡਿਸਕਸ ਕਰਾਂਗੇ। ਫਸਟ ਹੈ ਸੰਬੋਧਨੀ। ਸੰਬੋਧਨੀ ਮਤਲਬ ਜਿਵੇਂ ਉਸਦੇ ਨਾਮ ਤੋਂ ਹੀ ਪਤਾ ਚੱਲ ਰਿਹਾ, ਸੰਬੋਧਨ, ਬੁਲਾਉਣਾ, ਕਿਸੇ ਨੂੰ ਬੁਲਾਉਣ ਵਾਸਤੇ। ਹੁਣ ਜਦੋਂ ਸਾਨੂੰ ਕਿਸੇ ਦਾ ਨਾਮ ਨਹੀਂ ਪਤਾ, ਅਸੀਂ ਨੋਰਮਲੀ ਕਿਸੇ ਨੂੰ ਆਵਾਜ਼ ਲਗਾਉਂਦੇ ਹਾਂ ਤਾਂ ਅਸੀਂ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਯੂਜ਼ ਕਰਦੇ ਹਾਂ।
तो किसी ਨੂੰ ਬੁਲਾਉਣ ਮੈਂ ਇਹ ਜੋ ਇਹਨਾਂ ਦੀ ਡੈਫੀਨੇਸ਼ਨਸ ਹੈ ਬਿਲਕੁਲ ਮੈਂ ਸ਼ਾਰਟ ਦੇ ਵਿੱਚ ਲਿਖੀਆਂ ਨੇ ਕਿਉਂਕਿ ਤੁਸੀਂ ਉਹਨਾਂ ਦੇ ਖੁਦ ਜਿਹੜੇ ਸੈਂਟੈਂਸ ਬਣਾ ਸਕਦੇ ਹੋ ਕਿਸੇ ਨੂੰ ਬੁਲਾਉਣ ਵਾਸਤੇ। ਤਾਂ ਜੋ ਸ਼ਬਦ ਕਿਸੇ ਨੂੰ ਬੁਲਾਉਣ ਵਾਸਤੇ ਵਰਤੇ ਜਾਂਦੇ ਨੇ ਉਹਨਾਂ ਨੂੰ ਸੰਬੋਧਨੀ ਕਿਹਾ ਜਾਂਦਾ ਹੈ, ਸੰਬੋਧਨੀ ਵਾਚਕ ਵਿਸਮਕ ਕਿਹਾ ਜਾਂਦਾ ਹੈ। ਜਿਵੇਂ ਨੀ ਕੁੜੀਏ, ਨੀ, ਓਏ, ਵੇ ਮੁੰਡਿਆ, ਕਾਕਾ, ਇਹ ਸਾਰੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਂਦੇ। ਵੇ ਪੁੱਤ, ਧੀਏ, ਲਾਈਕ ਦਿਸ। ਨੈਕਸਟ ਹੈ ਸੂਚਨਾ। ਸੂਚਨਾ ਜਾਂ ਤਾੜਨਾ ਦੇਣ ਵਾਸਤੇ। ਤਾੜਨਾ ਮਤਲਬ ਕਿਸੇ ਨੂੰ ਵਾਰਨ ਕਰਨ ਲਈ, ਕਿਸੇ ਨੂੰ ਕੰਮ ਤੋਂ ਕਰਨ ਲਈ ਰੋਕਣਾ ਹੋਏ, ਕਿਸੇ ਨੂੰ ਵਾਰਨ ਕਰਨਾ ਹੋਏ ਕਿ ਖਬਰਦਾਰ ਹੈ ਕੰਮ ਕੀਤਾ ਤੇ ਠਹਿਰ ਉਸ ਪਾਸੇ ਨਾ ਜਾਵੇਂ। ਤੋ ਜਦੋਂ ਕਿਸੇ ਨੂੰ ਤਾੜਨਾ ਦੇਣ ਲਈ ਜਾਂ ਖਬਰਦਾਰ ਕਰਨ ਲਈ ਜਾਂ ਕਿਸੇ ਚੀਜ਼ ਤੋਂ ਰੋਕਣ ਵਾਸਤੇ ਜੋ ਸ਼ਬਦ ਵਰਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੂਚਨਾ ਵਾਚਕ। ਨੈਕਸਟ ਹੈ ਪ੍ਰਸ਼ੰਸਾ। ਨਾਮ ਤੋਂ ਕਲੀਅਰ ਹੋ ਰਿਹਾ, ਪ੍ਰਸ਼ੰਸਾ ਮਤਲਬ ਕਿਸੇ ਦੀ ਤਾਰੀਫ ਕਰਨੀ। ਤਾਂ ਜਦੋਂ ਅਸੀਂ ਪ੍ਰਸ਼ੰਸਾ ਦੇ ਵਿੱਚ ਆਪਣੀ ਤਾਰੀਫ ਜਦੋਂ ਕਿਸੇ ਕਰਨੇ ਉਹਦੇ ਨਾਲ ਅਸੀਂ ਆਪਣੀ ਖੁਸ਼ੀ ਜ਼ਾਹਰ ਕਰਨੇ ਹਾਂ। ਤਾਂ ਜਿਹੜੇ ਸ਼ਬਦ ਖੁਸ਼ੀ ਜ਼ਾਹਰ ਕਰਨ, ਸ਼ਾਬਾਸ਼ੀ ਦੇਣ ਵਾਸਤੇ ਵਰਤੇ ਜਾਣ, ਪ੍ਰਸ਼ੰਸਾ ਵਾਸਤੇ ਵਰਤੇ ਜਾਣ ਉਹਨਾਂ ਨੂੰ ਕਿਹਾ ਜਾਂਦਾ ਹੈ ਪ੍ਰਸ਼ੰਸਾ ਵਾਚਕ। ਜਿਵੇਂ ਵਾਹ, ਕਮਾਲ ਹੈ, ਸ਼ਾਬਾਸ਼। ਅਤੇ ਇੱਥੇ ਸਿਰਫ ਮੈਂ ਦੋ ਚਿੰਨ੍ਹ ਲਿਖੇ ਨੇ ਇਸ ਨਾਲ ਰਿਲੇਟਡ, ਹੋਰ ਵੀ ਬਹੁਤ ਸਾਰੇ ਇਹਨਾਂ ਦੇ ਚਿੰਨ੍ਹ ਨੇ। ਤੋ ਜੋ ਕਿ ਤੁਸੀਂ ਇਹ ਤੁਹਾਡੀ ਅਸਾਈਨਮੈਂਟ ਹੈ ਕਿ ਤੁਸੀਂ ਉਸ ਨਾਲ ਰਿਲੇਟਡ, ਉਸ ਟਾਈਪ ਨਾਲ ਰਿਲੇਟਡ ਬਾਕੀ ਵਿਸਮਕ ਜਿਹੜੇ ਨੇ ਉਹਨਾਂ ਨੂੰ ਦੇਖੋ ਔਰ ਉਸ ਨਾਲ ਰਿਲੇਟਡ ਜਿਹੜੇ ਤੁਸੀਂ ਫਿਰ ਸੈਂਟੈਂਸ ਬਣਾ ਕੇ ਵੇਖੋ। ਨੈਕਸਟ ਹੈ ਸ਼ੋਕ। ਨਾਮ ਹੀ ਦੱਸ ਰਿਹਾ ਕਿ ਦੁੱਖ, ਸ਼ੋਕ ਵਾਚਕ ਮਤਲਬ ਕਿ ਜਿਸ ਸ਼ਬਦ ਨਾਲ ਅਸੀਂ ਦੂਸਰੇ ਨਾਲ ਦੁੱਖ ਜ਼ਾਹਰ ਕਰੀਏ, ਸ਼ੋਕ ਜਾਂ ਦੁੱਖ ਦੇ ਭਾਵ। ਹਾਏ, ਆਹ, ਉਹ। ਤੋ ਇਹ ਸਾਰੇ ਜਿਹੜੇ ਸ਼ਬਦ ਨੇ ਉਹ ਹੈ ਸ਼ੋਕ ਵਾਚਕ। ਨੈਕਸਟ ਸਤਿਕਾਰ। ਸਤਿਕਾਰ ਮਤਲਬ ਰਿਸਪੈਕਟ। ਇੰਗਲਿਸ਼ ਦੇ ਵਿੱਚ ਅਸੀਂ ਇੱਕ ਸਿੰਪਲ ਵਰਡ ਯੂਜ਼ ਕਰਦੇ ਹਾਂ ਵੈਲਕਮ। ਪੰਜਾਬੀ ਦੇ ਵਿੱਚ ਅਸੀਂ ਵੱਖਰੇ ਵੱਖਰੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਕਿਸੇ ਨੂੰ ਵੈਲਕਮ ਕਰਨ ਵਾਸਤੇ ਯੂਜ਼ ਕਰਦੇ ਹਾਂ। ਜਿਵੇਂ ਹੈ ਜੀ ਆਇਆਂ ਨੂੰ, ਆਓ ਜੀ, ਧੰਨ ਭਾਗ, ਕੀੜੀ ਕਰਨਾ ਰਹਿਣ, ਸੋ ਐਂਡ ਸੋ। ਤੋ ਇਹ ਸਾਰੇ ਸ਼ਬਦ ਜਿਹੜੇ ਜਿਹੜੇ ਸ਼ਬਦਾਂ ਤੋਂ ਕਿਸੇ ਨੂੰ ਅਸੀਂ ਸਤਿਕਾਰੀਏ, ਕਿਸੇ ਦਾ ਅਸੀਂ ਸਵਾਗਤ ਕਰੀਏ ਤਾਂ ਉਹਨਾਂ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ ਸਤਿਕਾਰ ਵਾਚਕ। ਫਿਟਕਾਰ। ਫਿਟਕਾਰ ਹੁੰਦੀ ਕਿਸੇ ਨੂੰ ਝਿੜਕਾ ਮਾਰਨੀਆਂ, ਡਾਂਟਣਾ, ਫਟਕਾਰਨਾ। ਤੋ ਫਟਕਾਰ ਔਰ ਸੂਚਨਾ ਜਾਂ ਤਾੜਨਾ ਇਹਨਾਂ ਦੋਨਾਂ ਦੇ ਵਿੱਚ ਇੱਕ ਫ਼ਰਕ ਹੈ। ਫਟਕਾਰ ਜਿਹੜੀ ਹੈ ਹਮੇਸ਼ਾ ਜਦੋਂ ਤੁਸੀਂ ਕੋਈ ਗਲਤ ਕੰਮ ਕਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਹੁੰਦੀ ਹੈ। ਫਿਟਕਾਰ ਜਿਹੜੀ ਹੈ ਤੁਹਾਡੇ ਡਾਂਟ ਪੈਣ ਤੋਂ ਤੁਹਾਨੂੰ ਬਾਅਦ ਮਿਲਦੀ ਹੈ। ਜਦੋਂ ਤੁਸੀਂ ਕੁਛ ਗਲਤ ਕੰਮ ਕਰ ਦਿੰਦੇ ਹੋ ਤਾਂ ਫਿਰ ਹੁੰਦੀ ਹੈ ਫਟਕਾਰ। ਲੇਕਿਨ ਜੋ ਸੂਚਨਾ ਜਾਂ ਤਾੜਨਾ ਹੈ ਉਹ ਉਸ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਵਾਰਨ ਕੀਤਾ ਜਾਂਦਾ ਕਿ ਖਬਰਦਾਰ ਹੈ ਕੰਮ ਕੀਤਾ। ਔਰ ਜਦੋਂ ਤੁਸੀਂ ਕੋਈ ਗਲਤ ਕੰਮ ਕਰ ਜਾਂਦੇ ਹੋ ਤਾਂ ਫਿਰ ਕਿਹਾ ਜਾਂਦਾ ਹੈ ਫਿੱਟੇ ਮੂੰਹ, ਲੱਖ ਲਾਨਤ, ਗੁਰਲਾਨਤ, ਲਾਈਕ ਦਿਸ। ਨੈਕਸਟ ਹੈ ਅਸੀਸ ਵਾਚਕ। ਅਸੀਸ ਮਤਲਬ ਆਸ਼ੀਰਵਾਦ ਦੇਣਾ। ਤੋ ਜੋ ਸ਼ਬਦ ਕਿਸੇ ਨੂੰ ਆਸ਼ੀਰਵਾਦ ਦੇਣ ਵਾਸਤੇ ਵਰਤੇ ਜਾਂਦੇ ਨੇ ਉਹਨਾਂ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ ਅਸੀਸ ਵਾਚਕ। ਹੁਣ ਅਸੀਸ ਹਮੇਸ਼ਾ ਵੱਡੇ ਛੋਟਿਆਂ ਨੂੰ ਦੇਣਗੇ। ਕਦੇ ਵੀ ਛੋਟੇ ਬੱਚਿਆਂ ਨੇ ਜਾਂ ਛੋਟਿਆਂ ਨੇ ਵੱਡਿਆਂ ਵਾਸਤੇ ਅਸੀਸ ਸ਼ਬਦ ਯੂਜ਼ ਨਹੀਂ ਕਰਨਾ। ਜਿਵੇਂ ਕਿ ਤੁਸੀਂ ਪਿਤਾ ਜੀ ਨੂੰ ਜਾਂ ਕਿਸੇ ਵੱਡੇ ਨੂੰ ਪੱਤਰ ਲਿਖ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਇਹ ਨਹੀਂ ਕਹੋਗੇ ਕਿ ਜਿਉਂਦੇ ਰਹੋ, ਜਵਾਨੀਆਂ ਮਾਣੋ ਜਾਂ ਖੁਸ਼ ਰਹੋ, ਕੁਛ ਮਤਲਬ ਇੱਦਾਂ ਦੇ ਆਸ਼ੀਰਵਾਦ ਵਾਲੇ ਜਿਹੜੇ ਸ਼ਬਦ ਆ ਉਹ ਤੁਸੀਂ ਨਹੀਂ ਯੂਜ਼ ਕਰੋਗੇ। ਅਗਲਾ ਹੈ ਇੱਛਾ ਵਾਚਕ। ਜਿਹੜੇ ਸ਼ਬਦ ਮਨ ਦੀ ਇੱਛਾ ਪ੍ਰਗਟ ਕਰਨ ਲਈ ਵਰਤੇ ਜਾਣ। ਇੱਛਾ ਜਿਵੇਂ ਕਾਸ਼। ਜਦੋਂ ਅਸੀਂ ਮਨ ਦੀ ਇੱਛਾ ਪ੍ਰਗਟ ਕਰਨੇ ਹਾਂ ਤਾਂ ਅਸੀਂ ਨੋਰਮਲੀ ਇਹ ਸ਼ਬਦ ਯੂਜ਼ ਕਰਨੇ ਹਾਂ ਕਾਸ਼, ਜੇ ਕਿਤੇ ਇਸ ਤਰ੍ਹਾਂ ਹੋ ਜਾਵੇ, ਲਾਈਕ ਦਿਸ। ਅਗਲਾ ਹੈ ਹੈਰਾਨੀ। ਹੈਰਾਨੀ ਮਤਲਬ ਜਦੋਂ ਅਸੀਂ ਕਿਸੇ ਵਾਕ ਨੂੰ ਹੈਰਾਨ ਹੋ ਕੇ ਲਿਖਣਾ ਜਾਂ ਹੈਰਾਨੀ ਦੇ ਵਿੱਚ ਦੱਸਣਾ ਹੋਵੇ ਤਾਂ ਅਸੀਂ ਸ਼ਬਦ ਯੂਜ਼ ਕਰਦੇ ਹੈ। ਨੋਰਮਲੀ ਵੀ ਕੋਈ ਗੱਲ ਕਹਿੰਦੇ ਤਾਂ ਅਸੀਂ ਕਿਸੇ ਗੱਲ ਨੂੰ ਸੁਣ ਕੇ ਜਦੋਂ ਅਸੀਂ ਹੈਰਾਨ ਹੁੰਦੇ ਕਿ ਨਾ ਹੈ ਇਹ ਕੀ ਹੋਇਆ, ਇਹ ਕਿਵੇਂ ਹੋ ਗਿਆ, ਕੀ ਉਸਨੇ ਇਹ ਕਿਹਾ। ਤਾਂ ਇਸ ਜਿਹੜਾ ਹੈ, ਕੀ,
ਨੋਰਮਲੀ ਕੀ ਜਿਹੜਾ ਕੱਕੇ ਨੂੰ ਬਿਹਾਰੀ ਇਹ ਅਸੀਂ ਕੁਐਸਚਨ ਪੁੱਟ ਕਰਨ ਲਈ ਯੂਜ਼ ਕਰਨੇ ਆ, ਪਰ ਜਦੋਂ ਅਸੀਂ ਉਹਦੇ ਪਿੱਛੇ ਵਿਸਮਕ ਲਗਾ ਦਿੰਦੇ ਹਾਂ ਤਾਂ ਉਹ ਜੋ ਕੀ ਹੈ ਕੀ ਵਿਦ ਵਿਸਮਕ ਚਿੰਨ੍ਹ ਉਹ ਬਣ ਜਾਂਦਾ ਹੈ ਵਿਸਮਕ, हैरानीवाचक विस्मक। इसी तरह अच्छा अगर विस्मक चिन्ह नहीं है तो एक आम शब्द है, लेकिन जो असी पिछे विस्मक लगाता तो अच्छा जड़ा एक एक्सप्रैशन बन गया। नैक्सट है खुशीवाचक, जड़े शब्दां नाल खुशी दे हाव भाव प्रगट होण उन्होंने असी कहने आ खुशीवाचक। हुण मे भी कई थां ते तुहानूं खुशी और प्रशंसा जड़े ने वो इक्को ही मिलणगे, क्योंकि उनसे दोनों दे विच असीं अपने एक्सप्रैशनस ज़ाहिर कर रहे हैं। लेकिन सिर्फ खुशी दे विच असीं किसी दी खुशी च शामिल होने तां असीं कह रहे हैं, और जो प्रशंसा जो असीं किसी तारीफ कर रहे हैं। लेकिन अगर तुसीं इकट्ठा भी कर दें तो इट्स ओके, फिर भी कोई फ़र्क नहीं है। तो ये सारे विस्मक चिन्ह ने जड़े कि यूज़ किए जाते हैं अपने अपने मन के हाव भावां नूं प्रगट करन वास्ते। तो जदों असीं कुछ लिखते हाँ, कुछ भी असीं कोई चाहे कहानी लिख रहे हैं या कोई भी जो लेखन कर रहे हैं, तो उस विच अगर असीं इन्हां दी वरतों करने हैं तो ये साडी लेखन नूं प्रभावशाली बनाता है। तो मेरा ख्याल है कि तुहानूं ये अच्छे तरीके नाल सब जो हाव भाव ने जो विस्मक चिन्ह ने समझ आ गए होणगे। तो इन्हां दी प्रैक्टिस करो। इस नाल रिलेटेड तुसीं होर आम जदों भी तुसीं कोई विषय टॉपिक पढ़ते हो उस टॉपिक तो बाद जरूर उस नाल रिलेटेड कुछ अपने वालों कुछ वाक लिखण की कोशिश करया करो, ताकि तुहानूं वो जो भी तुसीं पढ़िया है जो कुछ तुहानूं समझ आई है तुसीं उसनूं अपना जिहड़े इवैल्यूएशन करया करो कि जो तुसीं कीता है वो तुहानूं किन्ना समझ आया और किन्नी होर उसकी प्रैक्टिस की लोड़ है। लैंग्वेज नूं जिन्ना ज़्यादा पढ़ोगे जिन्ना ज़्यादा लिखोगे उन्ने ही ਤੁਹਾਡੇ ਉਸ ਦੇ ਵਿੱਚ ਸਕਿੱਲ ਅੱਛੀ ਹੋਏਗੀ। ਥੈਂਕ ਯੂ।